ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 88ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰ ਮਹੱਲਾ ਪੰਜਵਾਂ। ਵਿਆਪਤ ਹਰਕ ਸੋਗ ਵਿਸਥਾਰ, ਵਿਆਪਤ ਸੁਰਗ ਨਰਕ ਅਵਤਾਰ, ਵਿਆਪਤ ਤਨ ਨਿਤਨ ਭੇਖ ਸੋਭਾ, ਮੂਲ ਵਿਆਧੀ ਵਿਆਪਤ ਸਲੋਭਾ, ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੇ ਪ੍ਰਭ ਓਟ ਤਮਾਰੀ ਰਹਾਓ। ਵਿਆਪਤ ਅਹਿਮ ਹਿੰਦ ਕਾ ਮਾਤਾ, ਵਿਆਪਤ ਪੁੱਤਰ ਕਲਤਰ ਸੰਗ ਰਾਤਾ, ਵਿਆਪਤ ਹਸਤ ਘੋੜੇ ਅਰ ਬਸਤਾ, ਵਿਆਪਤ ਰੂਪ ਜੋਬਨ ਮਦ ਮਸਤਾ, ਵਿਆਪਤ ਭੂਮ ਰੰਕ ਅਰ ਰੰਗਾ, ਵਿਆਪਤ ਗੀਤ ਨਾਦ ਸੁਣ ਸੰਗਾ, ਵਿਆਪਤ ਸੇਜ ਮਹਿਲ ਸਿਗਾਰ, ਪੰਚ ਦੂਤ ਵਿਆਪਤ ਅੰਧਿਆਰ, ਵਿਆਪਤ ਕਰਮ ਕਰੇ ਹਉ ਫਾਸਾ, ਵਿਆਪਤ ਗਿਰਸਤ ਵਿਆਪਤ ਉਦਾਸਾ, ਅਚਾਰ ਬਿਹਾਰ ਵਿਆਪਤ ਏ ਜਾਤ, ਸਭ ਕੁਛ ਵਿਆਪਤ ਹਰ ਰੰਗ ਰਾਤ, ਸੰਤਨ ਕੇ ਬੰਧਨ ਘਾਟੇ ਹਰ ਰਾਏ, ਤਾਕੋ ਕਹਾ ਵਿਆਪੇ ਮਾਏ, ਕਉ ਨਾਨਕ ਜਿਨ ਧੂਰ ਸੰਤ ਪਾਈ, ਤਾਕੇ ਨਿਕਟ ਨ ਆਵੇ ਮਾਈ, ਸੰਤਨ ਕੇ ਬੰਧਨ ਕਾਟੇ ਹਰ ਰਾਏ, ਤਾਕੋ ਕਹਾ ਵਿਆਪੇ ਮਾਏ, ਕਉ ਨਾਨਕ ਜਿਨ ਧੂਰ ਸੰਤ ਪਾਈ, ਤਾਕੇ ਨਿਕਟ ਨ ਆਵੇ ਮਾਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਦੀ ਮਾਇਆ ਕਿਤੇ ਖੁਸ਼ੀਆਂ ਗਮੀਆਂ ਦੇ ਅਡੰਬਰਾਂ ਸਮੇਂ ਵਿਆਪਦੀ ਹੈ ਅਤੇ ਕਿਤੇ ਇਹ ਸਵਰਗਾਂ ਨਰਕਾਂ ਦੇ ਜੀਆਂ ਅਤੇ ਜਨਮ ਲੈਣ ਵਾਲਿਆਂ ਉੱਤੇ ਵੀ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਾਇਆ ਧਨਵਾਨਾਂ ਅਤੇ ਧਨਹੀਣਾਂ ਉੱਤੇ ਸੋਭਾ ਦਾ ਰੂਪ ਦੇਖ ਕੇ ਵਿਆਪਦੀ ਹੈ ਜੀ। ਅਤੇ ਮਾਇਆ ਬਿਮਾਰੀਆਂ ਦਾ ਮੁੱਢ ਹੈ ਜੀ, ਜੋ ਲੋਭ ਦੇ ਰੂਪ ਵਿੱਚ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੇਰੀ ਮਾਇਆ ਕਈ ਤਰ੍ਹਾਂ ਦੇ ਰੂਪ ਰੰਗਾਂ ਰਾਹੀਂ ਆਪਣਾ ਪ੍ਰਭਾਵ ਸਭ 'ਤੇ ਪਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਹੇ ਪਰਮੇਸ਼ਰ, ਸੰਤ ਲੋਕਾਂ 'ਤੇ ਇਹ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜੀ, ਕਿਉਂਕਿ ਸੰਤ ਗੁਰਮੁਖ ਲੋਕ ਤੇਰੀ ਓਟ ਆਸਰੇ ਜਿਉਂਦੇ ਹਨ ਜੀ। ਭਾਵ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰਮਤਿ ਦਾ ਰਸਤਾ ਅਪਣਾਉਂਦੇ ਹਨ ਜੀ, ਉਹ ਆਪਣੀ ਹਉਮੈ ਹੰਕਾਰ ਨੂੰ ਛੱਡ ਦਿੰਦੇ ਹਨ ਜੀ ਅਤੇ ਤੇਰੇ ਹੁਕਮ ਵਿੱਚ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਕੋਈ ਹੰਕਾਰ ਬੁੱਧੀ ਨਾਲ ਸੱਤਾ ਮੱਤਾ ਭਰਿਆ ਹੋਇਆ ਹੈ ਜੀ, ਉਸ ਉੱਤੇ ਵੀ ਮਾਇਆ ਦਾ ਹੀ ਪ੍ਰਭਾਵ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪੁੱਤਰ ਇਸਤਰੀ ਆਦਿ ਨਾਲ ਰਚਿਆ ਹੋਇਆ ਵੀ ਮਾਇਆ ਦੇ ਪ੍ਰਭਾਵ ਅਧੀਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਕੋਲ ਹਾਥੀ ਘੋੜੇ ਅਤੇ ਤਰ੍ਹਾਂ ਤਰ੍ਹਾਂ ਦੇ ਬਸਤਰ ਹਨ, ਉਸ ਉੱਤੇ ਸੰਪਤੀ ਅਤੇ ਮਾਣ ਵਾਲੇ ਰੂਪ ਵਿੱਚ ਵੀ ਮਾਇਆ ਹੀ ਵਿਆਪ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੁੰਦਰਤਾ ਜਵਾਨੀ ਦੇ ਨਸ਼ੇ ਦੀ ਮਸਤੀ ਦਾ ਮੱਤਿਆ ਹੋਇਆ ਜੀਵ ਮਾਇਆ ਦੇ ਪ੍ਰਭਾਵ ਅਧੀਨ ਜੀ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜ਼ਿਮੀਂਦਾਰਾਂ ਕੰਗਾਲਾਂ ਰੰਗ ਢੱਲੀਆਂ ਮਾਣਨ ਵਾਲੇ ਮੀਰਜ਼ਾਦਿਆਂ ਅਥਵਾ ਰਾਜਿਆਂ ਮਹਾਰਾਜਿਆਂ ਉੱਤੇ ਵੀ ਮਾਇਆ ਹੀ ਵਿਆਪ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਗੀ ਸਾਥੀਆਂ ਦੇ ਨਾਲ ਮਾਇਆਵੀ ਗੀਤ ਨਾਚ ਆਦਿ ਸੁਣ ਕੇ ਜੋ ਮਨ 'ਤੇ ਉਸ ਦਾ ਪ੍ਰਭਾਵ ਪੈਂਦਾ ਹੈ ਜੀ, ਉਹ ਮਾਇਆ ਦੀ ਹੀ ਮਿਹਰਬਾਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਸੁੰਦਰ ਸੇਜ
ਮਹਿਲ ਮਾੜੀਆਂ ਅਤੇ ਅਨੇਕ ਪ੍ਰਕਾਰਾਂ ਦੇ ਸ਼ਿੰਗਾਰਾਂ ਰਾਹੀਂ ਮਨੁੱਖੀ ਮਨ ਉੱਤੇ ਆਪਣਾ ਪ੍ਰਭਾਵ ਪਾਉਂਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਅਗਿਆਨਹੀਨਤਾ ਸਭ ਉੱਤੇ ਮਾਇਆ ਦਾ ਹੀ ਵਿਆਪਕ ਪ੍ਰਭਾਵ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਕੋਈ ਹਉਮੈ ਵਿੱਚ ਫਸਿਆ ਹੋਇਆ ਕਰਮ ਕਾਂਡ ਕਰਦਾ ਹੈ ਜੀ, ਉਸ ਉੱਤੇ ਵੀ ਮਾਇਆ ਹੀ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗ੍ਰਹਿਸਥੀ ਅਤੇ ਉਦਾਸੀ ਜੀਵਨ ਵਾਲਿਆਂ ਉੱਤੇ ਵੀ ਸੂਖਮ ਰੂਪ ਵਿੱਚ ਮਾਇਆ ਹੀ ਵਿਆਪ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਆਚਾਰ ਵਪਾਰ ਅਤੇ ਜਾਤ ਅਭਿਮਾਨ ਵਿੱਚ ਵੀ ਮਾਇਆ ਹੀ ਵਿਆਪਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੱਲ ਕੀ ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਰੰਗ ਜਾਣ ਤੋਂ ਬਿਨਾਂ ਸਭ ਕੁਝ ਮਾਇਆ ਹੀ ਮਾਇਆ ਕਿਸੇ ਨਾ ਕਿਸੇ ਰੂਪ ਵਿੱਚ ਵਿਆਪ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਮਾਇਆ ਕਿਸੇ ਦੇ ਪ੍ਰਭਾਵ ਨਹੀਂ ਪਾ ਸਕਦੀ ਤਾਂ ਉਹ ਕੇਵਲ ਪਰਮੇਸ਼ਰ ਦੇ ਪਿਆਰਿਆਂ ਉੱਤੇ, ਕਿਉਂਕਿ ਉਹ ਪਰਮੇਸ਼ਰ ਦੇ ਪਿਆਰੇ ਗੁਰਮੁਖ ਸੰਤ ਲੋਕਾਂ ਦੇ ਹਰ ਪ੍ਰਕਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਹਰੀ ਬੰਧਨ ਹਰੀ ਪਰਮੇਸ਼ਰ ਨੇ ਕੱਟ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਉਹਨਾਂ ਨੂੰ ਮਾਇਆ ਕਿੱਥੋਂ ਵਿਆਪ ਸਕਦੀ ਹੈ ਜੀ। ਭਾਵ ਉਹ ਤਾਂ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਆਪਣੀ ਹਉਮੈ ਹੰਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ ਕੇ ਤੇਰੀ ਸਰਨ ਆ ਗਏ ਹਨ ਜੀ। ਉਹਨਾਂ ਤੇ ਫਿਰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਤਿਗੁਰੂ ਜੀ ਦੀ ਚਰਨ ਧੂੜ ਪ੍ਰਾਪਤ ਕਰ ਲਈ ਹੈ ਜੀ। ਉਹਨਾਂ ਦੇ ਨੇੜੇ ਮਾਇਆ ਨਹੀਂ ਟੁਕ ਸਕਦੀ ਜੀ, ਨਹੀਂ ਆ ਸਕਦੀ ਜੀ। ਭਾਵ ਉਹਨਾਂ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਗੁਰੂ ਸਾਹਿਬਾਂ ਨੇ ਮਾਇਆ ਦੀ ਬਹੁਰੰਗੀ ਦੁਨੀਆ ਨੂੰ ਵਿਆਪਕਤਾ ਨੂੰ ਪ੍ਰਗਟਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਨ ਅਪਮਾਨ ਜਾਤ ਸਜਾਤ ਗੁਪਤ ਤੇ ਪ੍ਰਗਟ ਸਭ ਰੂਪਾਂ ਵਿੱਚ ਹਰ ਇੱਕ ਨੂੰ ਮਾਇਆ ਚਿੰਬੜੀ ਹੋਈ ਹੈ ਜੀ, ਚਪਟੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੇ ਜਾਲ 'ਚੋਂ ਕੇਵਲ ਉਹੀ ਬਚ ਸਕਦੇ ਹਨ ਜੀ ਜਿਹੜੇ ਸਦਾ ਪਰਮੇਸ਼ਰ ਹਰੀ ਦੇ ਰੰਗ ਵਿੱਚ ਰਤੇ ਰਹਿੰਦੇ ਹਨ ਜੀ। ਭਾਵ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਬ੍ਰਹਮ ਗਿਆਨੀ ਜਿਹੜੇ ਈਸ਼ਵਰ ਨਾਰਾਇਣ ਹੁੰਦੇ ਹਨ ਜੀ, ਮਾਇਆ ਉਹਨਾਂ ਦੀ ਦਾਸੀ ਬਣ ਕੇ ਉਹਨਾਂ ਦੀ ਸੇਵਾ ਕਾਰ ਕਰਦੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਅਤੇ ਗੁਰਮਤਿ ਦੀ ਜ਼ਿੰਦਗੀ ਦੁਆਰਾ ਉਹਨਾਂ ਨੇ ਆਪਣੇ ਆਪ ਤੋਂ ਮਾਇਆ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਹੈ ਜੀ। ਉਹਨਾਂ ਨੇ ਵਿਕਾਰਾਂ ਨੂੰ ਕਾਬੂ 'ਚ ਕਰ ਲਿਆ ਹੈ ਜੀ। ਉਹ ਆਪਣੇ ਆਪ ਨੂੰ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਪਹਿਚਾਣ ਲਿਆ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ ਅਜਿਹੇ ਹੋਰ ਬੇਅੰਤ ਪ੍ਰਮਾਣ ਹਨ ਜੀ ਜਿਨ੍ਹਾਂ ਤੋਂ ਪ੍ਰਗਟ ਹੁੰਦਾ ਹੈ ਕਿ ਮਾਇਆ ਗੁਰਮੁਖ ਸੰਤ ਜਨਾਂ ਦੇ ਨੇੜੇ ਨਹੀਂ ਲੱਗ ਸਕਦੀ ਜੀ, ਕਿਉਂਕਿ ਉਹ ਤਾਂ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਗੁਰੂ ਦੇ ਭਾਣੇ ਨੂੰ ਸਮਝ ਚੁੱਕੇ ਹਨ ਜੀ। ਸਗੋਂ ਉਹਨਾਂ ਦੀ ਮਾਇਆ ਉਹਨਾਂ ਦੀ ਮਾਰ ਤੋਂ ਡਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ ਜੀ, ਉਹ ਮਾਇਆ ਕੇਵਲ ਹਰੀ ਜਨਾਂ ਨੇ ਹੀ
ਠੱਗੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਹੀ ਉਹਨਾਂ ਨੇ ਆਪਣੇ ਅੰਦਰੋਂ ਮਾਇਆ 'ਤੇ ਕਾਬੂ, ਵਿਕਾਰਾਂ 'ਤੇ ਕਾਬੂ ਪਾਇਆ ਹੈ ਜੀ। ਇਹ ਹੋਰ ਕਿਸੇ ਦੇ ਕਾਬੂ ਨਹੀਂ ਆ ਸਕਦੀ ਜੀ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪੇਜ 1217 'ਤੇ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਅਚਿੰਤ ਸੋਈ ਜਾਗਨ ਉਠ ਬੈਸਨ, ਅਚਿੰਤ ਹਸਤ ਬੈਰਾਗੀ, ਕਉ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠਾਗੀ। ਕਉ ਨਾਨਕ ਜਿਨ ਜਗਤ ਠਗਾਨਾ, ਸੋ ਮਾਇਆ ਹਰ ਜਨ ਠਾਗੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।